ਵੌਇਸ ਆਫ ਇੰਡੀਆ ਤੇ ਇੱਕ ਵਾਰੀ ਫਿਰ ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਨੇ ਸਾਡੇ ਸੀਨੀਅਰ ਹੋਸਟ ਸਰ ਹਰਪ੍ਰੀਤ ਸਿੰਘ ਜਵੰਦਾ ਜੀ। ਜਵੰਦਾ ਜੀ ਸਤਿ ਸ਼੍ਰੀ ਅਕਾਲ ਜੀ। ਜੀ ਮਿਹਰਬਾਨੀ, ਥੈਂਕ ਯੂ। ਜਵੰਦਾ ਜੀ ਇੱਕ ਮੈਂ ਤੁਹਾਡੇ ਕੋਲੋਂ ਜਿਹੜੀ ਹੈ ਬਹੁਤ ਪਿਆਰੀ ਇਨਫੋਰਮੇਸ਼ਨ ਜਿਹੜੀ ਚਾਹੁੰਦਾ ਉਹ ਸ਼ੇਅਰ ਕਰੀਏ। ਆਮ ਤੌਰ 'ਤੇ ਕਿਹਾ ਜਾਂਦਾ ਜੀ ਵੀ ਬੰਦੇ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਅੰਗਰੇਜ਼ੀ ਵਿੱਚ ਕਹਿੰਦੇ ਨੈਵਰ ਗਿਵ ਅਪ। ਨੈਵਰ ਗਿਵ ਅਪ, ਯਾ। ਕਿਉਂ ਨਹੀਂ ਹੌਸਲਾ ਛੱਡਣਾ ਚਾਹੀਦਾ ਜੀ? ਉਹ ਕਹਿੰਦੇ ਜੀ ਜਿਹੜਾ ਚੰਗਾ ਕੁਛ ਵੀ ਚੰਗਾ ਜ਼ਿੰਦਗੀ 'ਚ ਹੋਣਾ ਵਾ ਉਹ ਓਵਰਨਾਈਟ ਨਹੀਂ ਹੋ ਜਾਂਦਾ, ਉਹਨੂੰ ਟਾਈਮ ਲੱਗਦਾ। ਗ੍ਰੇਟ ਥਿੰਗਸ ਟੇਕ ਟਾਈਮ। ਔਰ ਇਹ ਗੱਲਾਂ ਭਾਵੇਂ ਸੱਚ ਹੈ ਪਰ ਅਸੀਂ ਸਮਝਣ ਨੂੰ ਤਿਆਰ ਨਹੀਂ, ਅਸੀਂ ਮੰਨਣ ਨੂੰ ਤਿਆਰ ਨਹੀਂ। ਕੀ ਕਹੋਗੇ ਤੁਸੀਂ? ਦੇਖੋ ਜੀ, ਇੱਕ ਟਾਈਮ ਹੁੰਦਾ ਸੀ ਜਦੋਂ ਲੋਕੀ ਪ੍ਰੋਪਰ ਰੂਟ ਅਡੋਪਟ ਕਰਕੇ ਤੇ ਸਕਸੈਸ ਪ੍ਰਾਪਤ ਕਰਦੇ ਸੀ। ਚਲੋ ਆਪਾਂ ਐਗਜ਼ਾਮਪਲ ਲੈਂਦੇ ਸੀ, ਕੈਨੇਡਾ ਦੀ ਐਗਜ਼ਾਮਪਲ ਲੈਂਦੇ ਹਾਂ। ਤੁਹਾਨੂੰ ਕਈ ਫੈਮਿਲੀ ਜਾਣਦੀਆਂ ਹੋਣੀਆਂ ਨੇ ਜਿਨ੍ਹਾਂ ਨੇ ਸਕ੍ਰੈਚ ਤੋਂ ਸਟਾਰਟ ਕੀਤਾ। ਹਾਂਜੀ, ਬਿਲਕੁਲ ਜ਼ੀਰੋ। ਠੀਕ ਹੈ ਜੀ। 10 15 20 25 ਡਾਲਰ ਲੈ ਕੇ ਆਏ ਸੀ ਉਹ, ਔਰ ਡਾਊਨਟਾਊਨ 20 ਅਲਾਊਡ ਹੀ 20 ਹੁੰਦੇ ਸੀਗੇ। ਹਾਂਜੀ। ਤੇ ਉਹਨਾਂ ਨੇ ਉੱਥੇ ਘਰ ਲਏ, ਮੁੜ ਕੇ ਉਹਨਾਂ ਨੇ ਆਪਣਾ ਸਿਸਟਮ ਥੋੜ੍ਹਾ ਜਿਹਾ ਅੱਗੇ ਕੀਤਾ, ਫਿਰ ਚਲਾਇਆ, ਫਿਰ ਗੱਡੀ ਟਰੈਕ 'ਤੇ ਆਈ, ਫਿਰ ਵੱਡੇ ਘਰ ਲੈ ਲਏ, ਫਿਰ ਵੱਡੇ ਵੱਡੇ ਵੱਡੇ। ਹੁਣ ਉਹ ਇਸ ਸਟੇਜ 'ਤੇ ਨੇ ਕਿ ਉਹ ਕਹਿ ਸਕਦੇ ਕਿ ਸਾਡੀ ਗੱਡੀ ਲਾਈਨ 'ਤੇ ਹੈ, ਚਾਹੇ ਐਫਰਟਸ ਨਾ ਵੀ ਕਰੀਏ ਤਾਂ ਸਾਡੀ ਰੜਦੀ ਜਾਂਦੀ। ਲੇਕਿਨ ਇਟ ਟੁੱਕ ਸਮ ਟਾਈਮ ਹੈ, 20 25 30 ਸਾਲ ਉਹਨਾਂ ਨੂੰ ਇਸ ਸਟੇਜ 'ਤੇ ਪਹੁੰਚਣ ਲੱਗਾ ਚੋਖਾ ਟਾਈਮ ਲੱਗਾ। ਚੋਖਾ ਟਾਈਮ ਲੱਗਿਆ। ਹੁਣ ਜਿਹੜਾ ਕੋਈ ਮੇਰੇ ਵਰਗਾ ਆਉਂਦਾ, ਕੋਈ ਨਵਾਂ ਯੰਗਸਟਰ ਆਉਂਦਾ ਹੈਗਾ, ਲਾਈਕ ਆਈ ਮੀਨ ਟੂ ਸੇ ਕੋਈ ਨਵੇਂ ਯੰਗਸਟਰ ਆਉਂਦੇ ਹੈਗੇ ਆ, ਉਹ ਦੇਖਦੇ ਆ ਕਿ ਯਾਰ ਬੰਦਾ ਬੜਾ ਅਮੀਰ ਹੈਗਾ, ਸਿਰਫ ਉਹਦੀ ਫੇਸ ਜਿਹੜੀ ਫਸਟ ਐਕਸਪ੍ਰੈਸ਼ਨ ਜਿਹੜਾ ਉਹ ਦੇਖਦੇ ਆ, ਇਹ ਨਹੀਂ ਦੇਖਦੇ ਕਿਤੇ ਸਕਸੈਸ ਕਿੱਥੇ ਹੈ, ਸਕਸੈਸ ਕਿੱਥੇ, ਕਿੰਨੀ ਸਟਰਗਲ ਸੀ ਇਹਦੇ ਵਿੱਚ, ਕਿੰਨੀ ਉਹਦੇ 'ਚ ਘੱਲ ਨਾ ਘੱਲ ਲਈ ਉਹਨਾਂ ਨੇ। ਠੀਕ ਹੈ ਜੀ, ਉਹ ਨਹੀਂ ਨੋਟਿਸ ਕਰਦੇ। ਹਾਂਜੀ, ਅੱਜ ਕੱਲ੍ਹ ਦੀ ਜਨਰੇਸ਼ਨ ਦੀ ਇਹ ਤਰਾਸਦੀ ਹੈ, ਪ੍ਰੋਬਲਮ ਹੈ ਕਿ ਸਾਨੂੰ ਸਾਰਾ ਕੁਝ ਹੀ ਓਵਰਨਾਈਟ ਚਾਹੀਦਾ ਹੈਗਾ। ਇਹ ਸਿਰਫ ਨਵੀਂ ਜਨਰੇਸ਼ਨ ਦੀ ਜਾਂ ਇਨ ਜਨਰਲ ਗੱਲ ਹੈ? ਇਨ ਜਨਰਲ ਗੱਲ ਕਰ ਰਹੇ, ਇਨ ਜਨਰਲ ਗੱਲ ਕਰ ਰਹੇ, ਕਿਉਂਕਿ ਸਾਡੇ ਕੋਲ ਸ਼ਾਰਟਕਟ, ਅਸੀਂ ਕਹਿੰਦੇ ਕਿ ਸ਼ਾਰਟਕਟ ਵੱਜ ਕੇ ਕਿ ਲੋਟਰੀ ਨਿਕਲ ਆਏ, ਕੋਈ ਹੋਰ ਚੀਜ਼ ਆ ਜਾਏ, ਅਤੇ ਇਹ ਜੋ ਇਹਨਾਂ ਨੇ 40 ਸਾਲ ਕਰਕੇ ਪ੍ਰਾਪਤ ਕੀਤਾ ਸਾਨੂੰ ਵਿਦਿਨ ਓਵਰਨਾਈਟ ਜਾਂ ਵਿਦਿਨ 1 or 2 years, ਇਸ ਤੋਂ ਜ਼ਿਆਦਾ ਆਪਾਂ ਨਹੀਂ ਕਰ ਸਕਦੇ। ਤੁਸੀਂ ਲੋਟਰੀ ਦੀ ਗੱਲ ਕੀਤੀ ਤੇ ਮੈਨੂੰ ਇੱਕ ਗੱਲ ਯਾਦ ਆ ਗਈ। ਹਾਂਜੀ ਹਾਂਜੀ। ਅੱਜ ਹੀ ਇੱਕ ਬੰਦੇ ਦੀ ਲੋਟਰੀ ਨਿਕਲੀ ਹੈ। ਠੀਕ ਹੈ ਜੀ। ਸਰੀ ਦਾ ਮੁੰਡਾ, ਇੱਕ ਟਰੱਕ ਡਰਾਈਵਰ, ਲੌਂਗ ਹਾਲ ਤੇ ਜਾਂਦਾ, ਤੇ $1 ਲੱਖ ਦੀ ਲੋਟਰੀ ਨਿਕਲੀ ਉਹਦੀ। ਠੀਕ ਹੈ ਜੀ। ਆਲ ਆਫ ਸਡਨ ਉਹਨੇ ਲੋਟਰੀ ਬਾਏ ਕਰ ਲਈ ਸੀ ਕਿਤੇ ਕਾਫੀ ਬਾਏ ਕਰਦਿਆਂ। ਠੀਕ ਹੈ ਜੀ। ਤੇ ਉਹਨੇ ਜਦੋਂ ਸਕ੍ਰੈਚ ਕੀਤਾ ਤੇ ਉਹਦਾ ਨੰਬਰ ਸੀਗਾ, ਤੇ ਉਹਨੂੰ ਉਹ ਪੱਤਰਕਾਰ ਝੱਟ ਪਹੁੰਚ ਜਾਂਦੇ ਸੀ। ਹਾਂਜੀ ਹਾਂਜੀ, ਵੀ ਫਲਾਣੇ ਬੰਦੇ ਦੀ ਲੋਟਰੀ ਨਿਕਲੀ। ਹੁਣ ਜਾ ਕੇ ਪੱਤਰਕਾਰ ਨੇ ਪੁੱਛਿਆ ਭਾਈ ਹੁਣ ਤਾਂ ਤੈਨੂੰ ਮੁਬਾਰਕਾਂ, $1 ਲੱਖ ਤੈਨੂੰ ਮਿਲ ਗਿਆ, ਤੇ ਤੂੰ ਹੁਣ ਟਰੱਕ ਦੀ ਡਰਾਈਵਰੀ ਛੱਡ ਦੇ। ਉਹ ਕਹਿੰਦਾ ਜੀ ਮੈਨੂੰ ਇਹਨੇ ਹੀ $1 ਲੱਖ ਦਿੱਤਾ, ਮੈਂ ਉਹਨੂੰ ਛੱਡੂਗਾ ਨਹੀਂ। ਹਾਂ, ਇਹ ਹੋ ਸਕਦਾ ਕਿ ਮੈਂ ਲੌਂਗ ਹਾਲ ਦੀ ਜਾਣ ਦੀ ਬਜਾਏ ਹੁਣ ਮੈਂ ਲੋਕਲ ਚਲਾਉਣ ਲੱਗ ਪਵਾਂ, ਮਤਲਬ ਆਪਦੇ ਪੈਰ ਨਹੀਂ ਛੱਡੇ। ਹਾਂਜੀ। ਅਤੇ ਉਹ ਮੈਂ ਤੁਹਾਨੂੰ ਦੱਸਦਾ ਕਿ ਹੁਣ ਲੋਟਰੀ ਦੀ ਗੱਲ ਚੱਲੀ ਹੈ, ਅਤੇ ਇੱਕ ਪ੍ਰੈਕਟੀਕਲ ਐਗਜ਼ਾਮਪਲ ਹੈ, ਐਕਚੁਅਲ ਅਸਲ ਵਾਪਰੀ ਦੱਸਦੇ ਤੁਹਾਨੂੰ। ਫੈਕਟਰੀ 'ਚ ਕੰਮ ਕਰਦਾ ਸੀ ਬੰਦਾ ਇੱਕ, ਅਤੇ ਹੈਂਡ ਟੂ ਮਾਊਥ ਸੀ, ਲੇਟ ਜਾਣਾ, ਸੁਪਰਵਾਈਜ਼ਰ ਨੇ ਝਟਕਾਂ ਦੇਣੀਆਂ ਗੱਲ 'ਤੇ। ਉਹਦੀ ਆਦਤ ਸੀ ਕਿ ਲੋਟਰੀ ਬਾਏ ਕਰ ਲੈਣੀ ਹੈ ਨਾ। ਜੀ, ਲੋਟਰੀ ਨਿਕਲ ਆਈ ਇੱਕ ਦਿਨ। ਲੋਟਰੀ ਵੀ ਕਾਫੀ, ਜਿੰਨੀ ਤੁਸੀਂ ਹੁਣ ਅਮਾਊਂਟ ਦੱਸਿਆ ਉਹਦਾ 5-6 ਗੁਣਾ ਨਿਕਲਿਆ ਸ਼ਾਇਦ, $500,000 ਤੱਕ ਪਤਾ ਨਹੀਂ ਕਿੰਨਾ। ਅਤੇ ਉਹ ਜਿਹੜੀ ਸੀ ਨਾ ਆਪਣਾ ਰੈਜ਼ੀਗਨੇਸ਼ਨ ਲੈਟਰ ਉਹਦੇ ਮੂੰਹ 'ਤੇ ਮਾਰ ਕੇ ਆਇਆ, ਰਿਜ਼ਾਈਨ ਕਰਾਇਆ ਉਹਦੇ 'ਤੇ, ਸੁਪਰਵਾਈਜ਼ਰ ਦੇ ਮੂੰਹ 'ਤੇ। ਗਾਲਾਂ ਗੋਲਾਂ ਗੱਡੀਆਂ ਜਿਸ ਤਰ੍ਹਾਂ ਗੋਲੇ ਕਰਦੇ ਆ। ਮੁੜ ਕੇ ਤੁਹਾਨੂੰ ਪਤਾ ਜਦੋਂ ਪੈਸੇ ਆ ਜਾਣ, ਅਨਐਕਸਪੈਕਟਡ ਵਿੰਡਫਾਲ ਹੁੰਦੀ ਹੈ, ਦਿਮਾਗ ਖਰਾਬ ਹੋ ਜਾਂਦਾ। ਦੋਸਤ, ਗਰਲਫਰੈਂਡਾਂ, ਸਾਰਾ ਕੁਛ ਹੈ ਨਾ ਜੀ, ਘਰੇ ਰੌਣਕਾਂ ਲੱਗੀਆਂ ਰਿਹਾ ਕਰਨ, ਹੈ ਨਾ ਜੀ। ਉਹਨੇ ਖੁਦ ਮੈਨੂੰ ਦੱਸੀ, ਡਾਊਨਟਾਊਨ ਦੀ ਗੱਲ ਦੱਸ ਰਿਹਾ। ਅਤੇ ਕਿਉਂਕਿ ਮੈਂ ਇੱਕ ਦਿਨ ਤੁਰਿਆ ਜਾ ਰਿਹਾ ਸੀ, ਮੈਨੂੰ ਪਿੱਛੋਂ ਆਵਾਜ਼ ਮਾਰੀ ਉਹਨੇ, ਅੱਜ ਤੋਂ 4 ਸਾਲ ਪਹਿਲੇ ਦੀ ਗੱਲ ਹੈ। ਕਹਿੰਦਾ ਸਮੋਕ ਹੈਗੀ ਤੇਰੇ ਕੋਲ, ਸਿਗਰਟ ਹੈਗੀ ਹੈ? ਠੀਕ ਹੈ ਜੀ। ਫਿਰ ਮੈਨੂੰ ਪਹਿਲਾਂ ਦੱਸਿਆ, ਮੈਂ ਕਿਹਾ ਅਸੀਂ ਸਮੋਕ ਨਹੀਂ ਕਰਦੇ। ਮੈਂ ਕਿਹਾ ਤੇਰਾ ਕਿੱਦਾਂ ਹੈ? ਫਿਰ ਉਹਨੇ ਆਪਣੀ ਸਟੋਰੀ ਦੱਸੀ। ਫਿਰ ਕਹਿੰਦਾ ਵੀ ਇੱਕ ਦਿਨ ਮੈਂ ਉੱਠਿਆ ਸਵੇਰੇ, ਅਤੇ ਕਹਿੰਦਾ ਫਰਿੱਜ ਖਾਲੀ, ਅਤੇ ਸਾਰੇ ਜਿੰਨੇ ਗਰਲਫਰੈਂਡਾਂ ਸੀ ਸਾਰਾ ਕੁਝ ਸਾਰਾ ਗਾਇਬ। ਠੀਕ ਹੈ ਜੀ। ਅਤੇ ਆਪਣੀ ਜੇਬ 'ਚ ਹੱਥ ਮਾਰਿਆ, ਜੇਬ 'ਚ ਵੀ ਕੁਛ ਨਹੀਂ, ਅਕਾਊਂਟ 'ਤੇ ਪਹਿਲਾਂ ਖਾਲੀ ਹੋ ਸਕਿਆ ਜੀ। ਫਿਰ ਕਹਿੰਦਾ ਮੈਂ ਜਿਹਨਾਂ ਨੂੰ ਐਸ਼ ਕਰਵਾਈ ਸੀ, ਜਿਹਨਾਂ ਨੂੰ ਮੈਂ ਪੈਸੇ ਦਿੱਤੇ ਸੀ, ਉਹਨਾਂ ਨੂੰ ਅਪਲੋਡ ਕੀਤਾ, ਕੋਈ ਨਹੀਂ ਆਇਆ। ਕਿਸਮਤ ਦੇਖ ਲਓ ਕਿੱਥੇ। ਫਿਰ ਉਸੇ ਸੁਪਰਵਾਈਜ਼ਰ ਕੋਲ ਗਿਆ ਕਿ ਮੈਨੂੰ ਜੋਬ ਦੇ ਦੇ। ਕਹਿੰਦਾ ਨਹੀਂ, ਤੂੰ ਇੱਕ ਵਾਰੀ ਰੈਜ਼ਿਗਨੇਸ਼ਨ ਮੇਰੇ ਮੂੰਹ 'ਤੇ ਮਾਰ ਕੇ ਗਿਆ। ਠੀਕ ਹੈ ਜੀ।
ਉਸ ਤੋਂ ਬਾਅਦ ਕਹਿੰਦਾ ਹੁਣ ਡਾਊਨਟਾਊਨ ਆ ਤੇ ਜਾਂ ਮੈਂ ਇਸ ਹਾਲਤਾਂ ਤੇ ਇਹੀ ਮੇਰੀ ਲਾਈਫ ਹੈ ਇੱਥੇ। ਸੋ ਮੈਂ ਇਹ ਕਹਿਣਾ ਕਿ ਪੈਸੇ ਕਮਾਉਣੇ ਜਾਂ ਪੈਸੇ ਹਾਸਲ ਕਰ ਲੈਣ ਨਾਲੋਂ ਵੀ ਡਿਫਿਕਲਟ ਚੀਜ਼ ਹੈ ਪੈਸੇ ਨੂੰ ਸੰਭਾਲਣਾ। ਠੀਕ ਹੈ। ਆਪਾਂ ਉਹ ਜਿਹੜੀ ਗਿਵ ਅਪ ਦੀ ਗੱਲ ਕਰਦੇ ਸੀ, ਬਹੁਤ ਸਾਰੇ ਸਾਡੇ ਤੁਸੀਂ ਆਪ ਹੀ ਕਿਹਾ ਹੈਗਾ ਕਿ ਇੱਥੇ ਜਦੋਂ ਆਉਂਦੇ ਆ ਸਕ੍ਰੈਚਿੰਗ ਤੋਂ ਸ਼ੁਰੂ ਕਰਦੇ ਆ, ਜ਼ੀਰੋ ਤੋਂ ਸ਼ੁਰੂ ਕਰਦੇ ਕੰਮ, ਬਹੁਤ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ, 2 ਜੌਬਾਂ ਕਰਨੀਆਂ ਪੈਂਦੀਆਂ। ਜੌਬ ਨਾਲ ਮੰਨ ਲਓ ਟਰੱਕਿੰਗ 'ਚ ਹੈਗਾ ਤੇ ਹਫਤਾ ਘਰ ਹੀ ਨਹੀਂ ਵਾਪਸ ਆ ਸਕਦਾ। ਠੀਕ ਹੈ ਜੀ। ਬੱਚੇ ਉਡੀਕਦੇ ਰਹਿੰਦੇ ਆ, ਬੱਚਿਆਂ ਨੂੰ ਹੁੰਦਾ ਵੀ ਸ਼ਾਮ ਨੂੰ ਚਲੋ ਘੱਟੋ ਘੱਟ ਡਿਨਰ ਟਾਈਮ ਤੇ ਡਾਈਨਿੰਗ ਟੇਬਲ ਤੇ ਇਕੱਠੇ ਬੈਠੀਏ, ਜਾਂ ਸਾਨੂੰ ਵੀ ਕਿਤੇ ਬੀਚ ਤੇ ਸਾਡੇ ਪੇਰੈਂਟਸ ਲੈ ਕੇ ਜਾਣ, ਜਾਂ ਕਿਤੇ ਕੋਈ ਪਿਕਚਰ ਹੀ ਵੇਖਣ ਚਲੀਏ, ਕੋਈ ਹੋਰ ਜਗ੍ਹਾ ਵੇਖਣ ਚਲੀਏ। ਪਰ ਉਹ ਜਿਹੜੀ ਉਹ ਲਾਈਫ ਹੈ, ਇਸ ਤਰੀਕੇ ਦੀ ਸਟਰਗਲਡ ਲਾਈਫ ਹੁੰਦੀ ਹੈ, ਹਾਰਡ ਵਰਕ ਜਿਹੜੀ ਲਾਈਫ ਹੈ, ਉਹ ਅਲਾਓ ਹੀ ਨਹੀਂ ਕਰਦੀ, ਜਾਂ ਉੱਧਰ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ। ਠੀਕ ਹੈ ਜੀ। ਤੇ ਹੁਣ ਬੰਦਾ ਮਹਿਸੂਸ ਕਰਦਾ ਕਿ ਮੈਂ ਉੱਥੇ ਚੰਗਾ ਭਲਾ ਸੀਗਾ, ਖੇਤੀਬਾੜੀ ਵੀ ਚੰਗੀ ਸੀ, ਟੌਰ ਟੱਪਾ ਪੂਰਾ ਸੀ, ਸਰਕਾਰੀ ਦਰਬਾਰੇ ਵੀ ਪਹੁੰਚ ਸੀ, ਰਾਜਸੀ ਬੰਦੇ ਵੀ ਸਾਹਬ ਸਲਾਮ ਸੀਗੀ ਉੱਥੇ, ਮੈਂ ਕਿੱਥੇ ਫਸ ਗਿਆ ਆ ਕੇ। ਉਹ ਇੱਕ ਨਵੇਂ ਤਰੀਕੇ ਦੀ ਲਾਈਫ ਜਿਹੜੀ ਆ ਉਹਦੇ ਤੋਂ ਕਈ ਵਾਰੀ ਅੱਕ ਜਾਂਦਾ, ਇਹ ਮੈਂ ਤਾਂ ਮੇਰਾ ਫੈਸਲਾ ਗਲਤ ਹੋ ਗਿਆ। ਠੀਕ ਹੈ ਜੀ। ਉਹ ਗੱਲਾਂ ਬਾਤਾਂ 'ਚ ਵੀ ਕਈ ਵਾਰੀ ਕਹੂਗਾ ਜੀ ਮੈਂ ਤਾਂ ਮੁੜ ਜਾਣਾ, ਅਸੀਂ ਤਾਂ ਫੈਸਲਾ ਕਰ ਲਿਆ ਜੀ, ਬਸ ਆਹੀ ਸੀ ਦੇਣਾ, ਬਸ ਠੰਡ ਦੇ ਦਿਨ ਨਿਕਲ ਗਿਆ ਤਾਂ ਅਸੀਂ ਚਲੇ ਜਾਣਾ। ਇਹ ਤੁਹਾਨੂੰ ਲੱਗਦਾ ਕਿ ਇੱਦਾਂ ਗਿਵ ਅਪ ਜਿਹੜਾ ਕਰ ਦੇਣਾ ਚਾਹੀਦਾ ਜ਼ਿੰਦਗੀ ਦੇ ਵਿੱਚ? ਗਿਵ ਅਪ MP ਸਿੰਘ ਜੀ, ਤੁਸੀਂ ਜਿਹੜੀ ਗੱਲ ਦੱਸੀ ਨਾ ਕਿ ਲੋਕ ਆਉਂਦੇ ਆ ਕਈ ਵਾਰੀ ਕੰਪਲੇਨ ਕਰਦੇ ਕਿ ਸਾਡੇ ਕੋਲ ਜੌਬ ਬਹੁਤ ਵਧੀਆ ਹੁੰਦੀ ਸੀ ਬੈਕ ਇਨ ਇੰਡੀਆ, ਅਸੀਂ ਕਿੱਥੇ ਫਸ ਗਏ, ਕਿੱਥੇ ਆ ਗਏ, ਔਰ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈਗਾ। ਤੁਹਾਨੂੰ ਪਤਾ ਕੱਲ੍ਹ ਆਪਾਂ ਡਿਸਕਸ਼ਨ ਕੀਤੀ, ਇੱਕ ਐਗਜ਼ਾਮਪਲ ਦਿੱਤੀ ਸੀ ਮੁੰਡੇ ਦੀ, ਮੇਰੇ ਕੋਲ ਅਪਰੋਚ ਕੀਤਾ ਉਹਨੇ, ਹਾਲੇ 15-20 ਦਿਨ ਹੋਏ ਸੀ, ਮੈਨੂੰ ਕਹਿੰਦਾ ਜੌਬ ਕਰ ਦਿਓ, ਮੈਂ ਉਹਨੂੰ ਭੇਜਿਆ, ਉਹਨੂੰ ਮਿਲ ਵੀ ਗਈ ਜੌਬ। ਅਲਟੀਮੇਟਲੀ ਕਹਿੰਦਾ ਕਿ ਮੈਨੂੰ ਬੱਸ ਨਹੀਂ ਮਿਲਦੀ, ਜੁਆਇਨ ਨਹੀਂ ਕੀਤੀ ਉਹਨੇ। ਉਹ ਸੀ ਅਸਲ ਵਿੱਚ ਕੀ ਹੈ ਕਿ ਜਿਹੜੀ ਚੀਜ਼ ਤੁਹਾਨੂੰ ਈਜ਼ੀਲੀ ਮਿਲ ਜਾਂਦੀ ਹੈ ਨਾ, ਉਹ ਤੁਹਾਨੂੰ ਲੱਗਦਾ ਕਿ ਬਹੁਤ ਸੌਖੀ ਹੈ। ਠੀਕ ਹੈ ਜੀ। ਜਿਹੜੀ 100 ਵੱਲ ਪਾ ਕੇ ਮਿਲਦੀ, ਉਹ ਤੁਹਾਨੂੰ ਅਸਲ ਆਪਣਾ ਕੀਮਤ ਦੱਸਦੀ ਹੈਗੀ। ਹੁਣ ਦੇਖੋ, ਮੈਂ ਤਾਂ ਐਗਜ਼ਾਮਪਲ ਦੇਣਾ ਹੁੰਦਾ ਕਿ ਕੈਨੇਡਾ ਆਉਣਾ ਨਾ ਜੇ ਤੁਸੀਂ, ਤੇ ਫਿਜ਼ੀਕਲੀ, ਫਾਈਨੈਂਸ਼ਲੀ ਤੇ ਮੈਂਟਲੀ ਪ੍ਰਿਪੇਅਰ ਹੋ ਕੇ ਆਓ ਤੁਸੀਂ। ਠੀਕ ਹੈ ਜੀ। ਜੋ ਹੈ ਤੁਹਾਡੀ ਜੋ ਵੀ ਕੰਫਰਟ ਜ਼ੋਨ ਹੈਗੇ ਜੀ, ਕਿ ਸਾਡੇ 1 ਲੱਖ ਦੀ ਸੈਲਰੀ ਸੀ ਜਾਂ 75,000 ਦੀ ਸੈਲਰੀ ਸੀ, ਸਾਡੀ ਗਵਰਨਮੈਂਟ ਜੌਬ ਸੀ, ਸਾਡਾ TA ਸੀ, DA ਸੀ, ਹੋਰ ਸਭ ਕੁਝ, ਉਹ ਸਾਰਾ ਇੱਕ ਸਾਈਡ ਤੇ ਰੱਖ ਕੇ ਆਓ, ਨਹੀਂ ਤੇ ਤੁਹਾਨੂੰ ਉਹ ਚੀਜ਼ ਕਦੇ ਵੀ ਇੱਥੇ ਸੈਟਲ ਹੋਣ ਨਹੀਂ ਦੇਗੀ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜੀ ਇੱਦਾਂ ਦੇ ਕਈ ਹੁੰਦੇ ਆ, ਉਹ ਆ ਕੇ ਛੋਟਾ ਕੰਮ ਜਾਂ ਕਹਿ ਲਓ ਵੀ ਜਿਹੜਾ ਆਪਾਂ ਕਹਿੰਦੇ ਨਾ ਸਟਾਰਟਿੰਗ ਵਾਲਾ ਕੰਮ ਆ, ਉਹ ਕਰਕੇ ਰਾਜੀ ਨਹੀਂ। ਉਹਨਾਂ ਨੂੰ ਪੁੱਛੋ ਵੀ ਕੀ ਗੱਲ, ਤੁਸੀਂ ਇੱਦਾਂ ਅਪਲਾਈ ਕਰੋ, ਤੁਹਾਨੂੰ ਜੌਬ ਮਿਲ ਜਾਣੀ, ਕੋਈ ਵੱਡੀ ਗੱਲ ਨਹੀਂ। ਉਹ ਨਹੀਂ ਮੈਂ ਥੋੜਾ ਵੇਟ ਹੀ ਕਰ ਲਵਾਂ। ਵੇਟ ਕੀ ਹੁੰਦਾ? ਉਹ ਕਹਿੰਦੇ ਜੀ ਮੈਂ ਤਾਂ ਉੱਥੇ ਟੀਚਰ ਸੀ, ਹਾਂਜੀ, ਮੈਂ ਤਾਂ ਪ੍ਰਿੰਸੀਪਲ ਸੀ, ਮੈਂ ਤਾਂ ਉੱਥੇ ਲਾਇਰ ਸੀ, ਫਿਰ ਇੱਥੇ ਆ ਕੇ ਲਾਇਰ ਕਿਉਂ ਨਹੀਂ ਬਣੇ? ਉਹ ਹੁਣ ਸਾਰੀ ਉਮਰ ਪੜ੍ਹੀ ਜਾਣਾ, ਸਾਰੀ ਉਮਰ ਪੜ੍ਹੀ ਜਾਣਾ। ਇਸ ਤਰੀਕੇ ਦੀ ਗੱਲ ਜਾਂ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹ MP ਸਿੰਘ ਜੀ 2 ਇਮਾਰਤਾਂ ਹੈਗੀਆਂ ਨੇ, ਉੱਚੀਆਂ ਇਮਾਰਤਾਂ ਹੈਗੀਆਂ ਨੇ। ਇੱਕ ਇਮਾਰਤ ਦੇ ਇੱਕ ਬਿਲਡਿੰਗ ਦੇ ਟੌਪ ਤੇ ਤੁਸੀਂ ਬੈਠੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਦੂਜੀ ਬਿਲਡਿੰਗ ਦੇ ਟੌਪ ਤੇ ਹੋਵਾਂ, ਛਾਲ ਮਾਰ ਕੇ ਜਾ ਸਕਦੇ ਹੋ ਉੱਥੇ? ਥੱਲੇ ਆਉਣਾ ਪੈਣਾ ਜੀ, ਇੱਕ ਵਾਰ ਥੱਲੇ ਗਰਾਊਂਡ ਫਲੋਰ ਤੇ ਆ ਕੇ ਥੋੜਾ ਰਸਤਾ ਤੈਅ ਕਰਕੇ ਫਿਰ ਪੌੜੀਆਂ ਚੜ੍ਹ ਕੇ ਹੌਲੀ ਜਾਣਾ ਪਊਗਾ। ਸੇਮ ਜਿਹੜਾ ਰੂਲ ਰੈਗੂਲੇਸ਼ਨ ਐਪਲੀਕੇਬਲ ਹੈਗਾ ਕੈਨੇਡਾ ਵਾਸਤੇ। ਇੱਥੇ ਇਹ ਆਪਾਂ ਗ੍ਰੰਬਲ ਕਰਦੇ ਜਾਈਏ ਕਿ ਜੀ ਅਸੀਂ ਉੱਥੇ ਸੀ, ਉਹ ਸੀ, ਇਹ ਤੁਹਾਨੂੰ ਕਦੀ ਸੈਟਲ ਨਹੀਂ ਹੋਣ ਦੇਗਾ। ਰਾਜਾ ਸੀ ਇੱਕ, ਮੈਂ ਕਈ ਐਗਜ਼ਾਮਪਲ ਦੇਣਾ, ਉਹਨੇ ਇੱਕ ਸੈਨਾ ਭੇਜੀ ਜਿੱਤਣ ਵਾਸਤੇ, ਇੱਕ ਆਈਲੈਂਡ ਟਾਪੂ, ਫੌਜ ਦਿੱਤੀ ਉਹਨਾਂ ਨੂੰ ਐਮੂਨੀਸ਼ਨ ਦਿੱਤਾ, ਉਹ ਹਾਰ ਕੇ ਪਹਿਲੀ ਵਾਰ ਵਾਪਸ ਆ ਗਏ। ਦੂਜੀ ਵਾਰੀ ਹੋਰ ਐਮੂਨੀਸ਼ਨ ਦਿੱਤਾ, ਹੋਰ ਅਸਲਾ ਦਿੱਤਾ, ਹੋਰ ਫੌਜ ਦਿੱਤੀ ਕਿ ਐਤਕਾਂ ਤੇ ਜਿੱਤ ਕੇ ਆਉਣਾ ਹੈਗਾ, ਤੇ ਦੂਜੀ ਵਾਰੀ ਫਿਰ ਹਾਰ ਕੇ, ਤੀਜੀ ਵਾਰੀ ਉਹ ਰਾਜਾ ਉਹਦੇ ਨਾਲ ਗਿਆ, ਜਾ ਕੇ ਉੱਥੇ ਪਹਿਲਾਂ ਪਤਾ ਕਿ ਸਭ ਤੋਂ ਪਹਿਲਾਂ ਕੀ ਕੀਤਾ, ਟਾਪੂ ਤੇ ਉਤਰ ਕੇ ਤੇ ਜਿਹੜੀਆਂ ਕਿਸ਼ਤੀਆਂ ਸੀ ਜਿਹੜੀਆਂ ਜਿਨ੍ਹਾਂ 'ਚ ਗਏ ਸੀ ਉਹ ਸਾੜ ਦਿੱਤੀਆਂ। ਕਹਿੰਦੇ ਹੁਣ ਸਾਡੇ ਕੋਲ 2 ਆਪਸ਼ਨ ਨੇ, ਜਾਂ ਤੇ ਆਪਾਂ ਮਰ ਜਾਵਾਂਗੇ ਇੱਥੇ ਜਾਂ ਜਿੱਤ ਪ੍ਰਾਪਤ ਕਰਾਂਗੇ। 2 ਆਪਸ਼ਨ, ਜੇ ਜਿੱਤ ਹੋ ਗਈ ਤੇ ਜਿਹੜੀਆਂ ਕਿਸ਼ਤੀਆਂ ਸਾੜੀਆਂ ਨੇ ਉਹ ਆਪਾਂ ਫਿਰ ਬਣਾ ਲਾਂਗੇ, ਬਣਾ ਕੇ ਵਾਪਸ ਜਾ ਸਕਦੇ। ਠੀਕ ਹੈ ਜੀ। ਤੇ ਉਹ ਉਹਨਾਂ ਦਾ ਕੰਫਰਟ ਜ਼ੋਨ ਸੀ। ਜਦੋਂ ਫੌਜ ਲੜਦੀ ਸੀ ਨਾ, ਉਹਨਾਂ ਕਹਿੰਦਾ ਚੱਲ ਕਿਸ਼ਤੀਆਂ ਤੇ ਹੈ ਨੇ, ਜੇ ਮਾੜੀ ਜੀ ਹਾਰ ਹੋਣ ਲੱਗੇਗੀ ਤੇ ਕਿਸ਼ਤੀਆਂ ਤੇ ਭੱਜ ਕੇ ਜਾ ਕੇ ਚੜ੍ਹ ਕੇ। ਠੀਕ ਹੈ ਜੀ। ਬਾਕੀ ਜਿਹੜੀ ਇੱਕ ਹੋਰ ਗੱਲ ਹੈ ਕਿ ਤੁਹਾਡੀ ਜਿਹੜੀ ਓਪੀਨੀਅਨ ਹੈ ਨਾ, ਜਿਹੜਾ ਨਾਲ ਦਾ ਓਪੀਨੀਅਨ ਦਿੰਦਾ, ਜਿਹੜੀ ਕੰਪਨੀ 'ਚ ਤੁਸੀਂ ਆਉਂਦੇ ਹੋ, ਜਿਸ ਭਾਈਚਾਰੇ 'ਚ ਤੁਸੀਂ ਆਉਂਦੇ ਹੋ ਜਾਂ ਜਿਸ ਫੈਮਿਲੀ ਸਟਰਕਚਰ ਤੁਸੀਂ ਆਉਂਦੇ ਹੋ, ਉਹ ਬੜਾ ਮੈਟਰ ਕਰਦਾ। ਉਹ ਸਲਾਹ ਕਿੱਦਾਂ ਦਿੰਦਾ ਤੁਹਾਨੂੰ? ਠੀਕ ਹੈ ਜੀ। ਕਈ ਤੁਹਾਨੂੰ ਦੇਖਿਆ ਹੋਏਗਾ ਕਿ ਕਈ ਕਹਿੰਦੇ ਯਾਰ ਛੱਡ ਪਰਾਂ, ਆਹ ਨਾ ਕਰ, ਇਹ ਕੰਮ ਬੜਾ ਔਖਾ ਹੈਗਾ। ਠੀਕ ਹੈ ਜੀ।
ਉਸ ਟਾਈਮ ਤੇ ਜਾਂ ਤੇ ਓਪੀਨੀਅਨ ਕਿਸੇ ਦੀ ਮੰਨੇ ਜਾਂ ਆਪਣੀ ਦਿਲ ਦੀ ਸੁਣੇ। ਦਿਲ ਦੀ ਜਦੋਂ ਬੰਦਾ ਸੁਣਦਾ ਹੈਗਾ ਉਦੋਂ ਦਿਲ ਦੀ ਆਵਾਜ਼ ਜਿਹੜੀ ਪਰਮਾਤਮਾ ਦੀ ਆਵਾਜ਼ ਹੁੰਦੀ ਹੈ, ਵੌਇਸ ਆਫ ਕੌਨਸ਼ੀਅਸ ਜਿਹਨੂੰ ਕਹਿੰਦੇ ਨੇ, ਹੈ ਨਾ, ਤੇ ਉਹ ਸੁਣ ਲਏ ਅਗਰ ਬੰਦਾ, ਤੇ ਉਹ ਸੁਣ ਲਏ ਤੇ ਉਹ ਪਰਮਾਤਮਾ ਨੇ ਤੁਹਾਡੇ ਥਰੂ ਇੱਕ ਸੁਨੇਹਾ ਭੇਜਿਆ ਹੁੰਦਾ, ਠੀਕ ਹੈ ਜੀ। ਔਰ ਕਈ ਜਿਹੜੇ ਬੰਦੇ ਸੁਣ ਲੈਂਦੇ ਨੇ, ਕਪੈਸਿਟੀ ਹੁੰਦੀ ਆ, ਉਹ ਸਕਸੈਸਫੁਲ ਹੁੰਦੇ ਨੇ। ਜਿਹੜੇ ਬੰਦੇ ਇੱਧਰੋਂ ਉੱਧਰੋਂ ਸੁਨਾਵਾਂ ਲੈ ਕੇ, ਹੁਣ ਤੁਸੀਂ ਦੇਖੋ ਮੈਂ ਰੀਅਲ ਸਟੇਟ 'ਚ ਹਾਂ, ਅਤੇ ਅੱਜ ਤੋਂ 4-5 ਸਾਲ ਪਹਿਲੇ ਰਿਵਾਜ਼ ਸੀ ਕਿ ਸਾਊਥ ਵਾਲੇ ਪਾਸੇ ਘਰ ਬਣਾ ਲਈਏ ਜੀ ਆਪਾਂ, ਬਹੁਤ ਛੇਤੀ ਵਿਕ ਜਾਂਦਾ। ਉਹ ਕੀ ਹੁੰਦਾ ਸੀ ਕਿ ਗੈਟ ਟੂਗੇਦਰ ਹੋਈ ਕੋਈ, ਉੱਥੇ 4-5 ਦੋਸਤ ਇਕੱਠੇ ਹੋਏ, ਇੱਕ ਨੇ ਕਿਹਾ ਜੀ ਮੈਂ ਤਾਂ ਘਰ ਬਣਾਇਆ ਸੀ ਸਾਊਥ 'ਚ, ਅਤੇ ਉੱਥੇ ਘਰ ਬਣਾਉਂਦਿਆਂ ਹੀ ਮੇਰਾ 25,000 ਤੇ ਵਿਕਿਆ। ਜਿਹੜੇ ਬਾਕੀ 4 ਬੰਦੇ ਸੀ ਸੁਣਨ ਵਾਲੇ, ਉਹਨਾਂ ਕੋਈ ਸਟੱਡੀ ਨਹੀਂ ਕੀਤੀ, ਕੋਈ ਫੀਜ਼ੀਬਿਲਿਟੀ ਰਿਪੋਰਟ ਨਹੀਂ ਤਿਆਰ ਕੀਤੀ, ਕਹਿਣ ਤੇ ਉਹਨਾਂ ਨੇ 5 ਨੇ ਬੁੱਕ ਕਰਵਾਤੇ, ਠੀਕ ਹੈ ਜੀ। ਬੁੱਕ ਕਰਵਾਤੇ ਤੇ ਤੁਹਾਨੂੰ ਪਤਾ ਜਦੋਂ ਗਲੱਟ ਹੋ ਜੇ, ਡਿਮਾਂਡ ਸਪਲਾਈ ਦਾ ਚੱਕਰ ਸਾਰਾ, ਹੈ ਨਾ, ਡਿਮਾਂਡ ਘੱਟ ਜੇ ਸਪਲਾਈ ਵੱਧੇ, ਤੇ ਫਿਰ ਉਹ ਸਾਰੇ ਸਟੱਕ ਹੋ ਗਏ ਉੱਥੇ। ਕਹਿੰਦੇ ਜੇ ਅਸੀਂ ਫਸ ਗਏ ਹੁਣ ਕੀ ਕਰੀਏ, ਸਾਡਾ ਉਸ ਤਰ੍ਹਾਂ ਹੀ ਵਿਕਾ ਦਿਓ ਜਿੰਨਾ। ਇਹ ਤੋਂ ਪਹਿਲਾਂ ਫਸ ਸਕਦੇ ਸੀ, ਮੌਰਗੇਜ ਨਾ ਹੁੰਦੀ। ਹਾਂ, ਮੌਰਗੇਜ ਨਾ ਹੁੰਦੀ, ਮੌਰਗੇਜ ਵੀ ਕਰਵਾ ਲਈ ਚਲੋ ਉਹਨਾਂ ਨੇ। ਸੋ ਇਹ ਚੀਜ਼ ਹੈ ਕਿ ਜਿਹੜੀ ਤੁਹਾਡੀ ਅੰਤਰ-ਆਤਮਾ ਦੀ ਆਵਾਜ਼ ਹੈ ਉਹ ਪ੍ਰਮਾਤਮਾ ਦੀ ਆਵਾਜ਼ ਹੁੰਦੀ ਹੈ, ਅਤੇ ਅੰਤਰ-ਆਤਮਾ ਦੀ ਆਵਾਜ਼ ਜਦੋਂ ਤੁਸੀਂ ਸੁਣਦੇ ਹੋ ਨਾ, ਤੁਸੀਂ ਕਦੀ ਗਿਵ ਅਪ ਨਹੀਂ ਕਰਦੇ ਹੈਗੇ। ਹੁਣ ਜਿਹੜਾ KFC ਕੈਂਟਕੀ ਫਰਾਈਡ ਚਿਕਨ, ਕਰਨਲ ਸੈਂਡਰਸ ਸੀ, ਠੀਕ ਹੈ ਜੀ, 900 ਸਮਥਿੰਗ 900 ਤੋਂ ਜ਼ਿਆਦਾ ਟਾਈਮ ਉਹ ਆਪਣੀ ਰੈਸਪੀ ਲੈ ਕੇ ਲੋਕਾਂ ਕੋਲ ਗਿਆ। ਕਈਆਂ ਨੇ ਉਹਦੇ ਐਡਰੈਸ 'ਤੇ ਮਜ਼ਾਕ ਕੀਤੇ, ਕਈਆਂ ਨੇ ਉਹਦੀ ਲੈਂਗੁਏਜ 'ਤੇ ਮਜ਼ਾਕ ਕੀਤੇ, ਕਈਆਂ ਨੇ ਉਹਦੀ ਬੈਕਗਰਾਊਂਡ 'ਤੇ, ਕਈਆਂ ਨੇ ਉਹਦੀ ਏਜ 'ਤੇ ਕਮੈਂਟ ਕੀਤੇ। ਪਰ ਜਦੋਂ ਉਹਦੀ ਰੈਸਪੀ ਐਕਸੈਪਟ ਹੋਈ, ਸਾਰੀ ਦੁਨੀਆ 'ਚ ਹਾਲੇ ਵੇਖ ਲਓ ਕਿੰਨੀਆਂ ਫਰੈਂਚਾਈਜ਼ੀ ਹੈਗੀਆਂ। ਤੁਸੀਂ KFC ਦੀ ਗੱਲ ਕੀਤੀ ਤੇ ਮੈਨੂੰ ਇੱਕ ਘਟਨਾ ਯਾਦ ਆ ਗਈ। 2 ਸਾਲ ਪਹਿਲਾਂ ਮੈਂ ਟੋਰਾਂਟੋ ਇੱਕ ਕਾਨਫਰੰਸ 'ਚ ਗਿਆ ਜੀ, ਟੋਰਾਂਟੋ ਸਿਟੀ 'ਚ, ਬੜੇ ਵੱਡੇ ਹੋਟਲ 'ਚ। ਉੱਥੇ ਸਾਡੇ ਪ੍ਰੋਫੈਸ਼ਨ ਦੇ ਤਕਰੀਬਨ 2000 ਬੰਦਾ, ਠੀਕ ਹੈ ਜੀ, ਉੱਥੇ ਸੀਗਾ। ਆਊਟ ਆਫ ਪ੍ਰੋਵਿੰਸ ਜਿਹੜੇ ਸੀ ਉਹ ਮੈਂ ਤੇ ਮੇਰਾ ਪਾਰਟਨਰ ਵਿਕਾਸ, ਅਸੀਂ ਦੋਨੋਂ ਹੀ ਸੀ ਉੱਥੇ ਗਏ ਹੋਏ। ਅਸੀਂ ਆਪਣੀ ਕੰਪਨੀ ਰਿਪਰੈਜ਼ੈਂਟ ਕਰਦੇ। ਬਾਕੀ ਸਾਰੇ ਲੋਕ ਜਿਹੜੇ ਸੀ ਉਹ ਟੋਰਾਂਟੋ ਤੇ ਸਰਾਊਂਡਿੰਗ ਏਰੀਏ 'ਚ ਸੀਗੇ। ਮਤਲਬ GTA ਵੱਡਾ ਬਹੁਤ, ਅੰਟਾਰੀਓ ਇਟਸੈਲਫ ਬਹੁਤ ਵੱਡਾ, ਤੇ 2000 ਬੰਦੇ ਦੀ ਗੈਦਰਿੰਗ ਸੀ ਉੱਥੇ। ਉੱਥੇ ਇੱਕ ਲੇਡੀ ਨੇ ਆਪਦੀ ਇਹਦੀ ਜ਼ਿੰਦਗੀ ਜਿਹੜੀ ਉਹਦਾ ਬਰਤਾਂਤ ਸੁਣਾਇਆ। ਉਹ ਬਰਤਾਂਤ ਕੀ ਸੀ ਜੀ? ਉਹ ਲੇਡੀ, ਪਹਿਲਾਂ ਮੈਂ ਦੱਸਾਂ, ਉਹ ਕਜ਼ੀਜ਼ੀ ਜਿਹੜੀ ਆਪਾਂ ਕਹਿੰਦੇ ਨੇ ਜੀ, ਕਜ਼ੀਜੀ ਤੇ ਪਾ ਦਿਓ। ਹਾਂਜੀ ਹਾਂਜੀ। ਕੋਈ ਚੀਜ਼ ਵੇਚਣੀ ਹੋਵੇ, ਕੋਈ ਖਰੀਦਣੀ ਹੋਵੇ, ਆਪਾਂ ਕਹਿੰਦੇ ਕਜ਼ੀਜੀ ਤੇ ਦੇਖ ਲਓ, ਉੱਥੋਂ ਮਿਲ ਜਾਏਗੀ, ਸਸਤੀ ਮਿਲ ਜਾਏਗੀ। ਕੋਈ ਚੀਜ਼ ਆਪਾਂ ਯੂਜ਼ਡ ਹੈਗੀ ਆ, ਜਾਂ ਕਈ ਵਾਰੀ ਆਪਾਂ ਬਾਏ ਕਰ ਲੈਂਦੇ ਅਨਯੂਜ਼ਡ ਆ, ਤਾਂ ਵੀ ਆਪਾਂ ਕਹਿੰਦੇ ਯਾਰ ਕਜ਼ੀਜੀ ਤੇ ਪਾ ਦਿਓ, ਛੇਤੀ ਵਿਕ ਜਾਣੇ ਹੈਗੇ। ਉਹ ਕਜ਼ੀਜੀ ਦੀ ਓਨਰ ਸੀ ਜੀ। ਅੱਛਾ ਜੀ। ਉਹ ਕਹਿੰਦੀ, ਉਹਨੇ ਆਪਦੀ ਹਿਸਟਰੀ ਸੁਣਾਈ। ਕਹਿੰਦੀ ਵੀ ਜਦੋਂ ਸਾਡੇ ਘਰ 'ਚ, ਕਹਿੰਦੀ ਅਸੀਂ 7 ਭੈਣਾਂ, ਸਭ ਤੋਂ ਛੋਟੀ ਕਹਿੰਦੀ ਮੈਂ, ਬਾਕੀ ਬੱਚੇ ਪੜ੍ਹਦੇ ਪਏ। ਮਾਪਿਆਂ ਦੀ ਕੋਈ ਬਹੁਤੀ ਜ਼ਿਆਦਾ ਇਨਕਮ ਨਹੀਂ ਸੀ, ਬਹੁਤੀ ਜ਼ਿਆਦਾ ਇਨਕਮ, ਬਸ ਅਸੀਂ ਹੈਂਡ ਟੂ ਮਾਊਥ ਹੀ ਚੱਲਦੇ ਸੀ। ਅਸੀਂ ਕਹਿੰਦੇ ਜੀ ਬਰਗਰ ਬਣਾਉਣੇ ਸ਼ੁਰੂ ਕੀਤੇ ਘਰ, ਤੇ ਉਹ ਹੁਣ ਵੇਚਣੇ ਹੁੰਦੇ ਸੀਗੇ। ਮੈਂ ਕਹਿੰਦੀ ਬਰਗਰ ਲੈ ਕੇ ਤੇ ਰੋਡ 'ਤੇ ਜਾ ਕੇ, ਸਟਰੀਟ 'ਤੇ ਜਾ ਕੇ ਵੇਚਣ ਦੀ ਐਫਰਟਸ ਕੀਤੀਆਂ। ਪਹਿਲੇ ਦਿਨ ਗਈ, ਕੋਈ ਬਰਗਰ ਨਹੀਂ ਵਿਕਿਆ। ਮੈਂ ਉਂਝ ਹੀ ਵਾਪਸ ਆ ਗਈ ਰੋਂਦੀ ਘਰ। ਮੈਂ ਘਰ ਨਾ ਵੜਾਂ ਕਿ ਮੇਰੇ ਪੇਰੈਂਟਸ ਨੇ ਕਹਿਣਾ ਵਾ ਕਿ ਆਪਾਂ ਖਾਣਾ ਕਿੱਥੋਂ ਸੀ, ਜੇ ਤੂੰ ਬਰਗਰ ਵੇਚ ਆਉਂਦੀ ਤੇ ਫਿਰ ਆਪਾਂ ਕੋਈ ਗਰੋਸਰੀ ਦੀ ਚੀਜ਼ਾਂ ਲੈ ਆਉਂਦੇ ਤੇ ਆਪਾਂ ਖਾ ਲੈਂਦੇ। ਅੱਜ ਫਿਰ ਭੁੱਖੇ ਸੌਣਾ ਪਊ। ਖੈਰ ਉਹ ਹੌਸਲਾ ਕਰਕੇ ਘਰ ਗਈ, ਜਾ ਕੇ ਮਾਂ ਦੇ ਗੱਲ ਨੂੰ ਲੱਗੀ। ਉਹਨੇ ਦੱਸਿਆ ਜਾ ਕੇ ਮਾਂ ਨੂੰ ਕਿ ਮੇਰੇ ਕੋਲੋਂ ਬਰਗਰ ਵਿਕਿਆ ਕੋਈ ਨਹੀਂ, ਕਿਸੇ ਨੇ ਬਾਏ ਕੀਤਾ ਹੀ ਨਹੀਂ। ਉਹ ਕਹਿੰਦੇ ਕੋਈ ਗੱਲ ਨਹੀਂ। ਨੈਕਸਟ ਡੇ ਫੇਰ ਸੀ, ਨੈਕਸਟ ਡੇ ਫਿਰ ਗਈ, ਉਸ ਦਿਨ ਵੀ ਉਹੀ ਹਾਲਤ। ਤੀਜੇ ਦਿਨ ਫਿਰ ਗਈ, ਫਿਰ ਉਹ ਹਾਲਤ। ਇੱਕ ਦਿਨ ਉਹਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ, ਉਹਨੇ ਇੱਕ ਕਪਲ ਦਾ ਹੱਥ ਫੜ ਲਿਆ, ਉਹਨੂੰ ਆਪਦੀ ਹਿਸਟਰੀ ਦੱਸੀ ਕਿ ਮੈਂ 4-5 ਦਿਨ ਤੋਂ ਲਗਾਤਾਰ ਇੱਥੇ ਬਰਗਰ ਵੇਚਣ ਆਉਂਦੀ ਹਾਂ, ਮੇਰੇ ਕੋਲ ਬਰਗਰ ਕੋਈ ਬਾਏ ਨਹੀਂ ਕਰਦਾ, ਸਾਡੇ ਘਰ ਤਾਂ ਖਾਣ ਨੂੰ ਹੈ ਨਹੀਂ ਕੁਛ ਹੋਰ, ਅਤੇ ਸਾਡੀ ਇਹ ਫੈਮਿਲੀ ਦੀ ਦੁਰਦਸ਼ਾ ਹੁੰਦੀ ਪਈ ਹੈ। ਉਹਨਾਂ ਨੇ ਬਰਗਰ ਇੱਕ ਲੈ ਲਿਆ। ਉਹ ਲੈ ਕੇ ਬਰਗਰ ਉੱਥੇ ਖਾਣ ਲੱਗ ਪਏ। ਉਹਨਾਂ ਨੂੰ ਵੇਖਦੇ ਵੇਖਦੇ ਹੋਰਾਂ ਨੇ ਵੀ ਲੈ ਲਿਆ। ਉਹ ਕਹਿੰਦੀ 1 ਘੰਟੇ ਸਾਰੇ ਵਿਕ ਗਏ। ਅੱਛਾ ਜੀ। ਉਹ ਦੂਜੇ ਦਿਨ ਵੀ ਇੱਦਾਂ ਹੀ ਹੋਈ, ਤੀਜੇ ਦਿਨ ਵੀ ਇੱਦਾਂ ਹੀ ਹੋਈ। ਫਿਰ ਉਹ ਘੰਟੇ ਕੁ ਬਾਅਦ ਹੀ ਉਹ ਕੁੜੀ ਆਪਦੇ ਘਰ ਜਿਹੜਾ ਸਮਾਨ ਸੀਗਾ ਉਹ ਵੇਚ ਕੇ ਤੇ ਵਾਪਸ ਆ ਜਾਇਆ ਕਰੇ। ਉਹ ਅੱਜ ਪਰਿਵਾਰ ਜਿਹੜਾ ਉਹ ਕਿੱਥੇ ਪਹੁੰਚ ਗਿਆ? ਕਜ਼ੀਜ਼ੀ ਤੇ ਉੱਤੇ ਤੁਸੀਂ ਕੋਈ ਆਪਦੀ ਸੈਲਿੰਗ ਲਈ ਚੀਜ਼ ਪਾਉਣੀ ਹੈ ਜਾਂ ਬਾਇੰਗ ਲਈ ਕੋਈ ਪੈਸੇ ਨਹੀਂ ਚਾਰਜ ਕੀਤੇ ਜਾਂਦੇ, ਨਹੀਂ, ਠੀਕ ਹੈ ਜੀ। ਪਰ ਉਹ ਮਿਲੀਅਨਸ ਜਿਹੜੇ ਡਾਲਰ ਹੈ ਉਹ ਕਮਾਈ ਕਰ ਰਹੇ ਆ, ਠੀਕ ਹੈ ਜੀ। ਮਤਲਬ ਉਹ ਗੱਲ ਸਟਾਰਟ ਆਪਾਂ ਜਿੱਥੋਂ ਕੀਤੀ ਸੀ ਵੀ ਗਿਵ ਅਪ ਕਰਨ ਦਾ ਕੋਈ ਫਾਇਦਾ ਨਹੀਂ ਹੈ। ਗਿਵ ਅਪ ਕਰਨ ਨਾਲ ਤੁਸੀਂ ਦਿਮਾਗੀ ਤੌਰ 'ਤੇ ਪਰੇਸ਼ਾਨ ਆਉਂਦੇ ਹੋ,
ਫਿਜ਼ੀਕਲੀ ਵੀ ਪਰੇਸ਼ਾਨ ਹੁੰਦੇ, ਇਕਨੋਮਿਕਲੀ ਤਾਂ ਹੁੰਦੇ ਹੀ ਹੁੰਦੇ। ਯਾਨੀ ਤੁਹਾਡੀਆਂ ਤਿੰਨ ਜਿਹੜੀਆਂ ਮੇਨ ਗੱਲਾਂ, ਇੱਕ ਤੁਹਾਡਾ ਫਿਜ਼ੀਕਲ, ਤੁਹਾਡੀ ਫਿਜ਼ੀਕ ਠੀਕ ਹੋਣੀ ਚਾਹੀਦੀ, ਉਹਦੇ ਵਿੱਚ ਦਿਮਾਗ ਜਿਹੜਾ ਓਵਰ ਸ਼ਾਰਪ ਹੋਣਾ ਚਾਹੀਦਾ, ਤੀਸਰਾ ਤੁਹਾਡਾ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੋਣੇ ਚਾਹੀਦੇ। ਜੇ ਤਿੰਨੇ ਹੀ ਹੈ ਨਹੀਂ ਤਾਂ ਘੱਟੋ ਘੱਟ ਆਪਣੇ ਦਿਮਾਗ ਦਾ ਤਵਾਜ਼ਨ ਤਾਂ ਰੱਖੋ। ਬਿਲਕੁਲ ਠੀਕ ਹੈ ਜੀ, ਠੀਕ ਹੈ ਜੀ। ਔਰ ਉਹ ਦਿਮਾਗ ਦਾ ਤਵਾਜ਼ਨ ਹੀ ਸਿਖਾਉਂਦਾ ਕਿ ਇਹ ਦਿਨ ਜਿਹੜਾ ਵਾ ਓਵਰਨਾਈਟ ਨਹੀਂ ਆਉਣਾ, ਪਰ ਆਉਣਾ ਜ਼ਰੂਰ ਹੈ। ਤੁਹਾਨੂੰ ਮਿਹਨਤ ਕਰਨੀ ਪਏਗੀ, ਗਿਵ ਅਪ ਕਰਨ ਨਾਲ ਤੁਸੀਂ ਸਗੋਂ ਉਲਟਾ ਆਪਦਾ ਨੁਕਸਾਨ ਕਰਾ ਜਾਓਗੇ। ਗਿਵ ਅਪ ਦੀ ਗੱਲ ਕੀਤੀ ਤੁਸੀਂ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜੀ ਕਿ 8ਵੀਂ ਪਾਸ ਮੁੰਡਾ, ਠੀਕ ਹੈ ਜੀ, ਵਿਨੀਪੈਗ ਦੀ ਐਗਜ਼ਾਮਪਲ ਹੈ, ਮੈਂ ਨਾਂ ਨਹੀਂ ਲਊਂਗਾ। ਉਹ ਬੰਦਾ ਕੈਲਗਰੀ ਤੋਂ ਕਿ ਪਤਾ ਨਹੀਂ ਵੈਨਕੂਵਰ ਤੋਂ ਮੂਵ ਹੋਇਆ ਇੱਥੇ, ਠੀਕ ਹੈ ਜੀ, ਆ ਕੇ ਸਟੱਡੀ ਕੀਤੀ ਇੱਥੇ ਵੀ ਕਿਹੜੀ ਚੀਜ਼ 'ਚ ਮੈਂ ਕਰ ਸਕਦਾ ਹੈਗਾ, ਅਤੇ ਮੈਂ ਉਸਨੂੰ ਖੁਦ ਆਪਣੀ ਅੱਖਾਂ ਤੋਂ ਹੁਣ ਉਹ ਸਕਸੈਸਫੁਲ ਬਿਲਡਰ ਬਣਿਆ ਹੈਗਾ ਜੀ, ਠੀਕ ਹੈ ਜੀ। ਨਿੱਕੀ ਚੀਜ਼ ਉਹਨੇ ਆਪ ਖੁਦ ਆਪਣੇ ਹੱਥਾਂ ਨਾਲ ਕੀਤੀ, ਨਿੱਕੀ ਚੀਜ਼। ਔਰ ਜਿਹੜੇ ਬੰਦਿਆਂ ਨੂੰ ਉਹਨੇ ਪਿੱਛੇ ਕਰਕੇ ਆਪ ਅੱਗੇ ਲੰਘਿਆ ਹੈਗਾ, ਉਹ ਹੁਣ ਜੈਲਸੀ ਕਰਦੇ ਉੱਤੇ, ਠੀਕ ਹੈ ਜੀ। ਚਲੋ ਸੋਸਾਇਟੀ ਦਾ ਇੱਕ ਸਾਡੇ, ਹਾਂਜੀ, ਸਾਡੇ ਤੋਂ ਇਹ ਵੀ ਬੜਾ ਵੱਡਾ ਫੈਕਟਰ। ਦੂਸਰੀ ਗੱਲ ਇਹ ਹੈ ਕਿ ਗਿਵ ਅਪ ਕਰਨ ਦਾ ਜਾਂ ਕਿਸੇ ਚੀਜ਼ ਨੂੰ ਕਰਨ ਦਾ ਜਿਹੜਾ ਆਈਡੀਆ, ਤਿਆਗ ਦੇਣ ਦਾ ਸਭ ਤੋਂ ਵੱਡਾ ਰੀਜ਼ਨ ਇੱਕ ਇਹ ਵੀ ਹੁੰਦਾ ਹੈ ਕਿ ਲੋਕੀ ਕੀ ਕਹਿਣਗੇ। ਲੋਕੀ ਦੇਖੋ ਪਹਿਲੀ ਸਟੇਜ 'ਚ ਤੁਹਾਡੇ 'ਤੇ ਹੱਸਦੇ ਆ, ਤੁਹਾਨੂੰ ਡਿਸਕਰੇਜ ਕਰਦੇ ਆ, ਦੂਜੀ ਸਟੇਜ 'ਤੇ ਆ ਕੇ ਤੁਹਾਨੂੰ ਵਾਚ ਕਰਦੇ ਕਿ ਹਾਂ ਵੀ ਮੁੰਡੇ ਨੇ ਕਰ ਲਿਆ ਹੁੰਦਾ, ਤੀਜੀ ਸਟੇਜ 'ਤੇ ਆ ਕੇ ਤੁਹਾਡੇ ਕੋਲ ਸਲਾਹ ਮੰਗਦੇ ਆ, ਐਪਰੀਸ਼ੀਏਟ ਕਰਕੇ ਤੂੰ ਕੀਤਾ ਕਿੱਦਾਂ, ਸਲਾਹ ਮੰਗਦੇ। ਤਿੰਨ ਸਟੇਜਾਂ ਹੁੰਦੀਆਂ ਨੇ, ਠੀਕ ਹੈ ਜੀ। ਜਦੋਂ ਬੰਦਾ ਤੁਹਾਡੇ ਤੋਂ ਥੱਲੇ ਆ, ਤੁਹਾਨੂੰ ਹੁੰਦਾ ਕਿ ਇਹਨੇ ਥੱਲੇ ਆ ਮੇਰੇ ਤੋਂ, ਹੁਣ ਬਰਾਬਰ ਆ ਗਿਆ, ਤੁਹਾਡੀ ਜੈਲਸੀ ਫੈਕਟਰ ਆ ਗਿਆ। ਤੁਹਾਡੇ ਤੋਂ ਉੱਪਰ ਚਲਾ ਗਿਆ ਬੰਦਾ, ਜਦੋਂ ਆਪਣੇ ਐਫਰਟਸ ਕਰਕੇ, ਗਲਤ ਕੰਮ ਕਰਕੇ ਨਹੀਂ, ਉੱਪਰ ਚਲਾ ਗਿਆ, ਫਿਰ ਲੋਕ ਤੁਹਾਡਾ ਲੋਹਾ ਮੰਨਦੇ ਹੈਗੇ। ਔਰ ਇਹ ਵਰਲਡ ਵਾਈਡ ਫਿਨੋਮੀਨਨ ਹੈਗਾ, ਇਹ ਕਿਤੇ ਇਹ ਨਹੀਂ ਹੈ ਕਿ ਇੱਥੇ ਐਪਲੀਕੇਬਲ ਹੁੰਦਾ, ਇੰਡੀਆ 'ਚ ਨਹੀਂ ਹੁੰਦਾ, ਇੰਡੀਆ 'ਚ ਵੀ ਹੁੰਦਾ ਹੈਗਾ, ਠੀਕ ਹੈ ਜੀ। ਬਾਕੀ ਇਹ ਹੈ ਕਿ ਤੁਹਾਨੂੰ ਆਪਣਾ ਇੱਕ ਫਿਗਰ ਆਊਟ ਕਰਨਾ ਚਾਹੀਦਾ ਹੈਗਾ, ਕਰਨਾ ਪੈਂਦਾ ਹੈਗਾ ਕਿ ਉਹ ਕਹਿੰਦੇ ਨਾ ਕਿ ਸ਼ਿਵ ਕੁਮਾਰ ਬਟਾਲਵੀ ਕਿ ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ, ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੂੰ ਇਹੋ ਹਿਸਾਬ ਲੈ ਬੈਠਾ, ਠੀਕ ਹੈ ਜੀ। ਇਨਸਾਨ ਨੂੰ ਇਹ ਜ਼ਰੂਰ ਰੱਖਣਾ ਚਾਹੀਦਾ ਕਿ ਮੇਰੀ ਬੀਤੀ ਕਿੰਨੀ ਹੈ ਤੇ ਮੇਰੀ ਰਹਿ ਕਿੰਨੀ ਗਈ ਹੈ, ਠੀਕ ਹੈ ਜੀ, ਔਨ ਐਨ ਐਵਰੇਜ। ਉਹਨੂੰ ਫਿਰ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਫੈਮਿਲੀ ਦੇ ਨਾਲ ਇੰਜੋਇਮੈਂਟ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ। ਗਿਵ ਅਪ ਜਿਹੜਾ ਦੇਖੋ ਤੁਸੀਂ ਨਾ ਕਰੋ, ਲੇਕਿਨ ਇੱਕ ਬੈਲੈਂਸ ਜ਼ਰੂਰ ਬਣਾਓ, ਕਿਉਂਕਿ ਕਈ ਵਾਰੀ ਕੀ ਹੁੰਦਾ, ਕਈ ਬੰਦੇ ਗਿਵ ਅਪ ਨਹੀਂ ਕਰਦੇ, ਇੰਨੇ ਵਰਕਹੋਲਿਕ ਹੋ ਜਾਂਦੇ ਆ, ਇੰਨੇ ਡੈਡੀਕੇਟਡ ਹੋ ਜਾਂਦੇ ਆ, ਉਹਨਾਂ ਦੀ ਫੈਮਿਲੀ ਲਾਈਫ ਜਿਹੜੀ ਇਫੈਕਟ ਹੁੰਦੀ ਹੈ, ਠੀਕ ਹੈ ਜੀ। ਇੱਕ ਬੈਲੈਂਸ ਬਣਾ ਕੇ ਚੱਲਣਾ, ਇੱਕ ਬੈਲੈਂਸ ਬਣਾ ਕੇ ਤੁਹਾਡੀ ਆਪਣੇ ਸਿਹਤ ਦੇ ਵਿੱਚ, ਮੇਨਟੇਨੈਂਸ ਆਫ ਦਾ ਹੈਲਥ, ਫੈਮਿਲੀ ਲਾਈਫ ਅਤੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਮੇਨਟੇਨੈਂਸ ਬਣਾ ਕੇ, ਬੈਲੈਂਸ ਬਣਾ ਕੇ ਚੱਲਣਾ ਹੀ ਇੱਕ ਸਕਸੈਸਫੁਲ ਬੰਦੇ ਦਾ। ਵੈਨਕੂਵਰ ਦੇ ਵਿੱਚ ਇੱਕ ਜਗ੍ਹਾ ਜੀ, ਉਸ ਪ੍ਰੋਵਿੰਸ ਦੇ ਵਿੱਚ, ਉਹਦਾ ਨਾਮ ਪਾਲਦੀ। ਅੱਛਾ, ਪਾਲਦੀ ਅਸਲ ਵਿੱਚ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ, ਠੀਕ ਹੈ ਜੀ। ਉੱਥੋਂ ਇੱਕ ਵਿਅਕਤੀ ਕੈਨੇਡਾ 'ਚ ਆਇਆ ਤੇ ਉਹਨੇ ਆ ਕੇ ਇੰਨੀ ਮਿਹਨਤ ਕੀਤੀ, ਉਹਦੇ ਨਾਂ ਤੇ ਪਿੰਡ ਬਣ ਗਿਆ। ਅੱਛਾ, ਪਾਲਦੀ ਪਿੰਡ ਬਣ ਗਿਆ ਕੈਨੇਡਾ ਦੇ ਵਿੱਚ, ਠੀਕ ਹੈ ਜੀ, ਵੈਨਕੂਵਰ ਦੇ ਵਿੱਚ। ਉਹ ਦੱਸਦੇ ਜੀ ਵੀ ਉੱਥੇ ਉਹ ਪਿੰਡ ਦੇ ਵਿੱਚ ਅੱਜ ਵੀ ਇੱਕ ਗੁਰਦੁਆਰਾ ਹੈਗਾ। ਉਹ ਪਿੰਡ ਵਾਕਈ ਸਾਰਾ ਉਂਝ ਉਜੜ ਚੁੱਕਾ, ਪਰ ਗੁਰਦੁਆਰਾ ਅਜੇ ਵੀ ਹੈਗਾ। ਕੋਈ 2-4 ਬੰਦੇ ਵੀ ਉੱਥੇ ਰਹਿੰਦੇ ਜਿਹੜੇ ਗੁਰਦੁਆਰੇ ਦੇ ਸੇਵਾਦਾਰ ਹੈਗੇ, ਉਹਨਾਂ ਦੇ ਵੱਖਰੇ ਘਰ ਵੀ ਆਪਦੇ ਹੈਗੇ, ਹੋਰ ਉੱਥੇ ਕੁਛ ਨਹੀਂ। ਪਰ ਉਹ ਮਸ਼ਹੂਰ ਕਾਹਦੇ ਵਾਸਤੇ ਸੀਗਾ ਜੀ? ਲੱਕੜ ਦੇ ਕੰਮ ਲਈ, ਠੀਕ ਹੈ ਜੀ। ਲੱਕੜ ਦੇ ਵੱਡੇ ਆਰੇ ਉੱਥੇ ਲੱਗੇ ਸੀ, ਔਰ ਹਜ਼ਾਰਾਂ ਲੋਕ ਉਹਦੇ ਨਾਲ ਮਿਹਨਤ ਕਰਦੇ ਸੀ ਉੱਥੇ, ਉੱਥੋਂ ਕਮਾਈ ਕਰਦੇ ਸੀਗੇ। ਉਸ ਬੰਦੇ ਦਾ ਕੀ ਕੀਤਾ ਸੀਗਾ ਕਿ ਬੈਕ ਹੋਮ ਵਿੱਚ ਮੈਂ ਇਹ ਕੰਮ ਕਰਦਾ ਸੀ, ਉਹਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਸੀ, ਲੱਕੜ ਦਾ ਕੰਮ ਆਉਂਦਾ ਹੋਊਗਾ, ਠੀਕ ਹੈ ਜੀ। ਉਹਨੇ ਆ ਕੇ ਉਹ ਲੱਕੜ ਦਾ ਕੰਮ ਉੱਥੇ ਸ਼ੁਰੂ ਕੀਤਾ ਤੇ ਕਿੰਨਿਆਂ ਲੋਕਾਂ ਨੂੰ ਉਹਨੇ ਰੁਜ਼ਗਾਰ ਦਿੱਤਾ, ਕਿੰਨਿਆਂ ਲੋਕਾਂ ਦੀ ਜ਼ਿੰਦਗੀ ਬਣਾਤੀ, ਕਿੰਨਿਆਂ ਲੋਕਾਂ ਦੇ ਪੈਰ ਪੱਕੇ ਕੈਨੇਡਾ ਵਿੱਚ ਕਰ ਦਿੱਤੇ। ਤੇ ਅੱਜ ਉਹਨੇ ਆਪਣੇ ਆਪ ਨੂੰ ਆਪਦਾ ਨਾਂ ਨਹੀਂ ਮੋਹਰੇ ਕੀਤਾ, ਆਪਦੇ ਪਿੰਡ ਦਾ ਨਾਂ ਮੋਹਰੇ ਕੀਤਾ। ਕਿੱਡੀ ਮਹਾਨਤਾ ਦੀ ਹੈਗੀ ਆ। ਔਰ ਉਹ ਪਾਲਦੀ ਪਿੰਡ ਅੱਜ ਕੈਨੇਡਾ ਦੀ ਨਕਸ਼ੇ ਦੇ ਉੱਤੇ ਹੈਗਾ। ਸੋ ਮਤਲਬ ਗਿਵ ਅਪ ਦੀ ਗੱਲ ਹੈ। ਤੇ ਜੇ ਤੁਸੀਂ ਅਲਾਓ ਕਰੋ, ਮੈਂ ਸਿਰਫ 2 ਮਿੰਟ 'ਚ ਇੱਕ ਸਮ ਅਪ ਕਰਦਾ ਹੈਗਾ ਜੀ ਕਿ ਮੈਂ ਅੰਮ੍ਰਿਤਸਰ ਜੌਬ ਕਰਦਾ ਸੀ ਹੋਟਲ ਦੇ ਵਿੱਚ। ਇੱਕ ਗੱਲ ਹੈ ਜੀ 2001 ਦੀ, ਹੈ ਨਾ। ਇੱਕ ਸਰਦਾਰ ਜੀ ਆਏ ਨੋਵਾ ਸਕੋਸ਼ੀਆ ਕੈਨੇਡਾ ਤੋਂ, ਬਹੁਤ ਹਸਮੁਖ ਸੁਭਾਅ ਉਹਨਾਂ ਦਾ। ਮੈਂ ਗੱਲਬਾਤ ਚੱਲੀ, ਮੈਂ ਕਿਹਾ ਕੀ ਕਰਦੇ ਤੁਸੀਂ? ਕਹਿੰਦੇ ਜੀ ਬਸ ਪੰਗੇ ਲੈਣੇ ਆ ਉੱਥੇ ਜੀ। ਪੰਗੇ ਦਾ ਸੈਂਸ ਕਿ ਟਰਾਈ ਕਰਦੇ ਆ, ਕੋਈ ਕਦੀ ਕਿਸੇ 'ਚ ਕਰ ਲਿਆ, ਕਦੀ ਕਿਸੇ 'ਚ ਬਿਜ਼ਨਸ ਟਰਾਈ ਕਰ ਲਿਆ। ਕਹਿੰਦਾ ਅਸੀਂ 4-5
ਬੰਦਿਆਂ ਦਾ ਗਰੁੱਪ ਹੈਗਾ, ਦੋਸਤਾਂ ਦਾ ਗਰੁੱਪ ਹੈ, ਲਾਈਫ ਨੂੰ ਫੁੱਲੀ ਇੰਜੋਏ ਕਰਦੇ ਹਾਂ ਅਤੇ ਆਪਾਂ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਹਾਂ। ਅਤੇ ਮੈਂ ਕਿਹਾ ਤੁਹਾਡਾ ਵੈਸੇ ਮੇਨ ਕੀ ਹੈ? ਕਹਿੰਦਾ ਸਾਡਾ ਰੈਸਟੋਰੈਂਟ ਚੇਨ ਹੈ ਉੱਥੇ। ਮੈਂ ਕਿਹਾ ਰੈਸਟੋਰੈਂਟ ਚੇਨ ਹੈ ਅਤੇ ਕਿੱਦਾਂ ਤੁਸੀਂ ਬਣਾਈ? ਕਹਿੰਦਾ ਵੈਸੇ ਬੈਠੇ ਸੀ ਇੱਕ ਦਿਨ, ਯਾਰ ਦੋਸਤ ਇਕੱਠੇ ਬੈਠੇ ਸੀ ਅਤੇ ਸੋਚਿਆ ਕਿ ਯਾਰ ਜਿਹੜਾ ਆਪਣਾ ਜੋਬਾਂ ਨੇ ਉੱਥੋਂ ਆਪਾਂ ਥੋੜ੍ਹੇ ਫੈਡਅਪ ਦੇ ਹੋ ਗਏ ਹਾਂ ਅਤੇ ਕੁਝ ਕੀਤਾ ਜਾਏ। ਕਹਿੰਦੇ ਕੀ ਕੀਤਾ ਜਾਏ ਜੀ? ਕਹਿੰਦੇ ਇੱਕ ਰੈਸਟੋਰੈਂਟ ਚੇਨ ਖੋਲ੍ਹੀ ਜਾਏ। ਠੀਕ ਹੈ ਜੀ, ਰੈਸਟੋਰੈਂਟ ਕਰ ਲਿਆ ਜੀ ਸਾਰਾ ਕੁਛ ਉਹਨਾਂ ਨੇ, ਬੈਠੇ ਬਿਠਾਈ। ਫਿਰ ਕਿਹਾ ਵੀ ਹੁਣ ਇਹਦਾ ਨਾਂ ਕੀ ਰੱਖਿਆ ਜਾਏ? ਨਾਂ ਦੇਖੋ ਤੁਸੀਂ ਕੀ ਰੱਖਿਆ ਉਹਨਾਂ ਨੇ ਕਿ 4 ਬੰਦੇ ਆ ਅਤੇ ਪੰਗਾ ਲੱਗੇ ਲੈਣ, ਪੈਂਗਾ 4 ਨਾਂ ਰੱਖ ਦਿੱਤਾ ਉਹਦਾ। ਕੀ ਬਾਤ ਹੈ, ਪੈਂਗਾ 4। ਉਹ ਜਿਹੜੀ ਸੀਰੀਜ਼ ਸੀ ਜਾਂ ਉਹ ਜਿਹੜੀ ਫਰੈਂਚਾਈਜ਼ੀ ਸੀ ਜਾਂ ਉਹ ਜਿਹੜੀ ਉਹਨਾਂ ਦੀ ਚੇਨ ਸੀ, ਇੰਨੀ ਸਕਸੈਸਫੁਲ ਹੋਈ ਉੱਥੇ। ਕਹਿੰਦੇ ਵੀ ਹੁਣ ਅਸੀਂ ਬਹਿ ਕੇ ਖਾਂਦੇ ਹੈਗੇ। ਠੀਕ ਹੈ ਜੀ। ਸੋ ਇਹ ਗੱਲ ਹੈ ਕਿ ਤੁਸੀਂ ਕੋਈ ਆਈਡੀਆ ਦਿਮਾਗ 'ਚ ਤੁਹਾਡੇ 'ਚ ਆਉਂਦਾ ਹੈ, ਉਹਨੂੰ ਐਗਜ਼ੀਕਿਊਟ ਕਰੋ ਰੱਬ ਦਾ ਨਾਂ ਲੈ ਕੇ, ਅਤੇ ਦੁਨੀਆ ਦੀਆਂ ਸਾਰੀਆਂ ਜਿਹੜੀਆਂ ਪਾਵਰਾਂ ਨੇ ਉਹ ਤੁਹਾਡੀ ਸਪੋਰਟ 'ਤੇ ਆ ਜਾਣ। ਇਮਾਨਦਾਰੀ ਹੋਣੀ ਚਾਹੀਦੀ, ਤੁਹਾਡਾ ਕੰਮ 'ਤੇ ਫੋਕਸ ਹੋਣਾ ਚਾਹੀਦਾ, ਅਤੇ ਤੁਹਾਡਾ ਕੀਤਾ ਹੋਣਾ ਚਾਹੀਦਾ ਵੀ ਮੈਂ ਕਰਕੇ ਹਟਣਾ। ਕੋਈ ਦੁਨੀਆ ਦਾ ਕੰਮ ਨਹੀਂ ਜਿਹੜਾ ਨਹੀਂ ਹੋ ਸਕਦਾ। ਠੀਕ ਹੈ, ਬਿਲਕੁਲ ਚਾਹੁੰਦਾ ਜੀ ਤੁਸੀਂ ਆਏ ਹੋ ਔਰ ਇੰਨੀ ਪਿਆਰੀ ਗੱਲਬਾਤ ਕੀਤੀ ਹੈ। ਸ਼ੁਕਰੀਆ ਜੀ। ਇਸ ਸਬਜੈਕਟ 'ਤੇ ਜਿਹੜਾ ਮੈਂ ਕਹਿ ਲਓ ਵੀ ਖੜੇ ਪੈਰੀ ਤੁਹਾਨੂੰ ਦੱਸਿਆ ਕਿ ਇੱਥੇ ਆਪਾਂ ਗੱਲ ਕਰਨੀ ਹੈ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਨਿਭਾਇਆ ਔਰ ਸਾਨੂੰ ਚੰਗੀਆਂ ਗੱਲਾਂ ਦੱਸੀਆਂ ਹੈਗੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਇਸ ਆਫ ਇੰਡੀਆ 'ਤੇ ਇੰਝ ਹੀ ਦਰਸ਼ਨ ਦਿੰਦੇ ਰਿਹਾ ਕਰੋ, ਇੱਦਾਂ ਆਓ ਔਰ ਸਾਡੇ ਸਰੋਤਿਆਂ ਨੂੰ ਜਿਹੜਾ ਉਹ ਨਵੀਆਂ ਨਵੀਆਂ ਗੱਲਾਂ ਦੱਸੋ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਆ। ਠੀਕ ਹੈ ਜੀ, ਇੱਕ ਵਾਰੀ ਦੁਬਾਰਾ ਮਿਹਰਬਾਨੀ ਜੀ। ਥੈਂਕ ਯੂ ਵੈਰੀ ਮਚ। ਥੈਂਕਸ, ਥੈਂਕ ਯੂ। ਚਲੋ ਠੀਕ ਹੈ ਜੀ।